ਰਪਨਜ਼ਲ। ਇੱਕ ਵਾਰ ਦੂਰ ਦੇਸ਼ ਵਿੱਚ ਇੱਕ ਬਹੁਤ ਪਿਆਰਾ ਜੋੜਾ ਰਹਿੰਦਾ ਸੀ। ਇੱਕ ਦਿਨ ਜਨਾਨੀ ਨੇ ਆਪਣੇ ਆਦਮੀ ਨੂੰ ਖੁਸ਼ਖਬਰੀ ਦਿੱਤੀ ਕਿ ਉਹ ਗਰਭਵਤੀ ਹੈ। ਉਸ ਦਾ ਆਦਮੀ ਇਹ ਖਬਰ ਸੁਣ ਕੇ ਬਹੁਤ ਖੁਸ਼ ਸੀ। ਉਸਨੇ ਕਿਹਾ ਕਿ ਉਹ ਉਹਦੇ ਲਈ ਕੁਝ ਵੀ ਕਰੇਗਾ। ਅਤੇ ਇੱਕ ਦਿਨ ਜਨਾਨੀ ਨੇ ਆਪਣੇ ਆਦਮੀ ਨੂੰ ਕਿਹਾ ਕਿ ਉਸ ਦਾ ਲੈਟਸ ਦਾ ਕੁਰਕੁਰਾ ਸਲਾਦ ਖਾਣ ਦੀ ਬਹੁਤ ਹੀ ਇੱਛਾ ਹੋ ਰਹੀ ਹੈ। ਜਦ ਤੱਕ ਮੈਂ ਆਪਣੇ ਪੜੋਸੀ ਦੇ ਬਗੀਚੇ ਵਿੱਚੋਂ ਕੁਝ ਸਵਾਦੀ ਸਲਾਦ ਨਹੀਂ ਖਾ ਲਾਂਗੀ, ਉਦੋਂ ਤੱਕ ਮੈਨੂੰ ਚੈਨ ਨਹੀਂ ਮਿਲੇਗਾ। ਇਸ ਲਈ ਉਸ ਦਾ ਪਤੀ ਆਪਣੀ ਜਨਾਨੀ ਦੀ ਇੱਛਾ ਨੂੰ ਪੂਰਾ ਕਰਨ ਲਈ ਪੜੋਸੀ ਦੀ ਬਗੀਚੇ ਵਿੱਚ ਚਲਾ ਗਿਆ। ਪਰ ਵਿਚਾਰਾ ਆਦਮੀ ਇਹ ਨਹੀਂ ਜਾਣਦਾ ਸੀ ਕਿ ਉਹਨਾਂ ਦਾ ਪੜੋਸੀ ਕੈਮਿਲਾ ਨਾਂ ਦੀ ਇੱਕ ਬਹੁਤ ਹੀ ਖਤਰਨਾਕ ਚੁੜੈਲ ਹੈ। ਕੋਈ ਨਹੀਂ ਜਾਣਦਾ ਸੀ, ਪਰ ਚੁੜੈਲ 150 ਸਾਲ ਦੀ ਉਮਰ ਦੀ ਸੀ। ਜਵਾਨ ਦਿਸਣ ਦੇ ਲਈ ਕੈਮਿਲਾ ਸਿਰਫ ਸੁਨਹਿਰੀ ਚੀਜ਼ਾਂ ਨੂੰ ਹੱਥ ਲਾਉਂਦੀ ਸੀ। ਇਸ ਲਈ ਉਸਨੇ ਆਪਣੇ ਘਰ ਵਿੱਚ ਸਭ ਕੁਝ ਸੋਨੇ ਨਾਲ ਢੱਕ ਦਿੱਤਾ ਸੀ। ਉਸਨੇ ਪਲੇਟਾਂ, ਚਮਚ, ਕਾਂਟੇ, ਬੋਤਲਾਂ, ਲੈਂਪ ਸਭ ਨੂੰ ਢੱਕ ਦਿੱਤਾ। ਇੱਥੋਂ ਤੱਕ ਕਿ ਉਹ ਕੁਰਸੀ ਵੀ ਜਿਸ ਤੇ ਉਹ ਬੈਠਦੀ ਸੀ, ਹਰ ਚੀਜ਼ ਨੂੰ ਸੋਨੇ ਨਾਲ ਮੜਿਆ ਗਿਆ ਸੀ। ਅਤੇ ਉਸ ਸ਼ਾਮ ਕਿਸੇ ਨੇ ਉਹਦਾ ਬੂਹਾ ਖੜਕਾਇਆ। ਇਹ ਉਹੀ ਪੜੋਸੀ ਸੀ ਜੋ ਆਪਣੀ ਗਰਭਵਤੀ ਪਤਨੀ ਦੇ ਲਈ ਕੁਝ ਲੈਟਸ ਮੰਗਣ ਆਇਆ ਸੀ। ਕੈਮਿਲਾ ਨੇ ਕਿਹਾ ਕਿ ਉਹ ਬਗੀਚੇ ਤੋਂ ਜਿੰਨਾ ਚਾਹੇ ਲੈ ਸਕਦਾ ਹੈ, ਪਰ ਇੱਕ ਸ਼ਰਤ ਦੇ ਤਹਿਤ। ਜੇ ਤੁਹਾਡੇ ਬੱਚੇ ਦੇ ਵਾਲ ਸੁਨਹਿਰੇ ਹੋਏ ਤਾਂ ਮੈਂ ਇਸ ਨੂੰ ਲਵਾਂਗੀ। ਆਦਮੀ ਨੂੰ ਪਤਾ ਨਹੀਂ ਸੀ ਕਿ ਉਹ ਕੀ ਕਰੇ, ਪਰ ਉਹ ਮੂਰਖਤਾ ਨਾਲ ਸਹਿਮਤ ਹੋ ਗਿਆ ਅਤੇ ਪ੍ਰਾਰਥਨਾ ਕੀਤੀ ਕਿ ਉਹਨਾਂ ਦੇ ਬੱਚੇ ਦੇ ਵਾਲ ਸੁਨਹਿਰੇ ਨਾ ਹੋਣ। ਪਰ ਕੁਝ ਦਿਨਾਂ ਬਾਅਦ ਉਸਦੀ ਘਰਵਾਲੀ ਨੇ ਇੱਕ ਸੋਹਣੀ ਬੱਚੀ ਨੂੰ ਜਨਮ ਦਿੱਤਾ, ਸੁਨਹਿਰੇ ਰੇਸ਼ਮੀ ਵਾਲਾਂ ਦੇ ਨਾਲ। ਉਹਨਾਂ ਨੇ ਉਸ ਦਾ ਨਾਂ ਰਪਨਜ਼ਲ ਰੱਖਿਆ। ਪਤਾ ਨਹੀਂ ਕੈਮਿਲਾ ਕਿਵੇਂ ਜਾਣਦੀ ਸੀ ਕਿ ਬੱਚੇ ਦਾ ਜਨਮ ਸੁਨਹਿਰੇ ਵਾਲਾਂ ਦੇ ਨਾਲ ਹੋਵੇਗਾ। ਇਸੇ ਲਈ ਉਹ ਮਾਪਿਆਂ ਤੋਂ ਬੱਚੇ ਨੂੰ ਲੈ ਕੇ ਆਪਣੇ ਘਰ ਆ ਗਈ। ਚੁੜੈਲ ਨੇ ਰਪਨਜ਼ਲ ਦੀ ਬਹੁਤ ਚੰਗੀ ਤਰ੍ਹਾਂ ਦੇਖਭਾਲ ਕੀਤੀ। ਉਹ ਉਸ ਦੇ ਸੁਨਹਿਰੇ ਵਾਲਾਂ ਵਿੱਚ ਕੰਘੀ ਕਰਦੀ, ਜਿਹੜੇ ਹਰ ਦਿਨ ਥੋੜੇ ਹੋਰ ਲੰਬੇ ਹੋ ਜਾਂਦੇ ਸੀ। ਕੈਮਿਲਾ ਕਦੇ ਨਹੀਂ ਚਾਹੁੰਦੀ ਸੀ ਕਿ ਉਸ ਦੇ ਵਾਲ ਕਟੇ ਹੋਣ, ਕਿਉਂਕਿ ਉਹ ਵਾਲਾਂ ਦੀ ਲੰਮੀ ਲਟਾ ਲੈਂਦੀ, ਇਸ ਨੂੰ ਜਾਦੂ ਵਾਲੇ ਕਾੜੇ ਵਿੱਚ ਪਕਾਉਂਦੀ ਅਤੇ ਇਸ ਨੂੰ ਸੋਨੇ ਵਿੱਚ ਬਦਲ ਦਿੰਦੀ। ਮੇਰਾ ਜਾਦੂ ਉਸ ਦੇ ਲੰਮੇ ਸੁਨਹਿਰੇ ਵਾਲਾਂ ਨੂੰ ਸੋਨੇ ਵਿੱਚ ਬਦਲ ਦਿੰਦਾ ਹੈ। ਮੈਂ ਜੀਵਨ ਦੇ ਲਈ ਤਿਆਰ ਹਾਂ। ਡੂੰਘੇ ਜੰਗਲ ਵਿੱਚ ਕੈਮਿਲਾ ਨੇ ਇੱਕ ਵੱਡਾ ਲੰਮਾ ਟਾਵਰ ਬਣਾਉਣ ਦੇ ਲਈ ਆਪਣੇ ਜਾਦੂ ਦਾ ਇਸਤੇਮਾਲ ਕੀਤਾ, ਰਪਨਜ਼ਲ ਨੂੰ ਕੈਦ ਕਰਕੇ ਰੱਖਣ ਦੇ ਲਈ, ਤਾਂ ਜੋ ਉਸ ਦੇ ਵਾਲ ਸੁਰੱਖਿਅਤ ਰਹਿਣ। ਟਾਵਰ ਦੇ ਅੰਦਰ ਪੌੜੀਆਂ ਵੀ ਨਹੀਂ ਸੀ। ਇਹ ਸਿਰਫ ਇੱਕ ਛੋਟਾ ਕਮਰਾ ਸੀ, ਬਸ ਇੱਕ ਛੋਟੀ ਜਿਹੀ ਬਾਰੀ ਦੇ ਨਾਲ। ਰਪਨਜ਼ਲ 18 ਸਾਲਾਂ ਤੱਕ ਕੱਲਿਆਂ ਇਸ ਕਮਰੇ ਵਿੱਚ ਵੱਡੀ ਹੋਈ, ਸਿਰਫ ਕੈਮਿਲਾ ਨਾਲ ਮਿਲਦੇ ਹੋਏ। ਜਦੋਂ ਕੈਮਿਲਾ ਸਮੇਂ-ਸਮੇਂ ਤੇ ਉਸ ਨੂੰ ਮਿਲਣ ਆਉਂਦੀ ਤਾਂ ਉਹ ਥੱਲਿਓਂ ਆਵਾਜ਼ ਮਾਰਦੀ, ਰਪਨਜ਼ਲ, 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 ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਰਪਨਜ਼ਲ ਉਸ ਬਾਰੀ ਤੋਂ ਵਾਲ ਥੱਲੇ ਲਟਕਾਉਂਦੀ ਅਤੇ ਕੈਮਿਲਾ ਉਹਨਾਂ ਨੂੰ ਫੜ ਲੈਂਦੀ ਤੇ ਉਹਨਾਂ ਦੇ ਜ਼ਰੀਏ ਟਾਵਰ ਤੇ ਚੜ ਜਾਂਦੀ। ਮਾਂ, ਇਸ ਟਾਵਰ ਵਿੱਚ ਪੌੜੀਆਂ ਕਿਉਂ ਨਹੀਂ ਨੇ? ਮੈਂ ਜ਼ਮੀਨ ਤੇ ਪੈਰ ਕਿਉਂ ਨਹੀਂ ਰੱਖ ਸਕਦੀ ਤੇ ਫੁੱਲਾਂ ਤੇ ਜਾਨਵਰਾਂ ਦੇ ਨਾਲ ਨਹੀਂ ਖੇਡ ਸਕਦੀ? ਕੀ ਮੇਰੀ ਸੋਹਣੀ ਸੁਨਹਿਰੇ ਵਾਲਾਂ ਵਾਲੀ ਬੱਚੀ, ਇਹੀ ਇੱਕ ਤਰੀਕਾ ਹੈ ਜਿਸ ਨਾਲ ਮੈਂ ਤੈਨੂੰ ਦੁਨੀਆ ਦੀ ਬੁਰਾਈਆਂ ਤੋਂ ਬਚਾ ਸਕਦੀ ਹਾਂ, ਕਿਉਂਕਿ ਉੱਥੇ ਬਾਹਰ ਕਈ ਖਤਰਨਾਕ ਜਾਨਵਰ ਨੇ ਅਤੇ ਸਭ ਤਰ੍ਹਾਂ ਦੇ ਸਵਾਰਥੀ ਜੀਵ ਨੇ
ਜੇ ਤੈਨੂੰ ਕੁਝ ਹੋ ਗਿਆ ਤਾਂ ਮੈਂ ਜ਼ਿੰਦਾ ਨਹੀਂ ਬਚਾਂਗੀ। ਇੱਕ ਦਿਨ ਰੌਬ, ਦੇਸ਼ ਦਾ ਸੋਹਣਾ ਰਾਜਕੁਮਾਰ, ਜੋ ਉਸੇ ਦਿਨ ਪੈਦਾ ਹੋਇਆ ਸੀ ਜਦੋਂ ਰਪੰਜ਼ਲ, ਉਹ ਆਪਣੇ ਘੋੜੇ ਨੂੰ ਜੰਗਲ ਵਿੱਚ ਸਵਾਰੀ ਦੇ ਲਈ ਲੈ ਗਿਆ। ਰਾਜਕੁਮਾਰ ਨੇ ਜੰਗਲ ਵਿੱਚ ਗਾਣਾ ਸੁਣਿਆ। ਉਹ ਗੌਰ ਨਾਲ ਸੁਣਨ ਲੱਗਾ। ਇਹ ਆਵਾਜ਼ ਕਿੰਨੀ ਪਿਆਰੀ ਆਵਾਜ਼ ਹੈ। ਉਹ ਰਹੱਸਮਈ ਆਵਾਜ਼ ਦਾ ਪਿੱਛਾ ਕਰਨ ਲੱਗਾ, ਜਦ ਤੱਕ ਕਿ ਉਹ ਆਖਰ ਵਿੱਚ ਟਾਵਰ ਦੇ ਥੱਲੇ ਵਾਲੇ ਹਿੱਸੇ ਵਿੱਚ ਨਹੀਂ ਪਹੁੰਚ ਗਿਆ ਜਿੱਥੇ ਰਪੰਜ਼ਲ ਰਹਿੰਦੀ ਸੀ। ਜਦੋਂ ਉਹ ਟਾਵਰ ਦੀ ਬਾਰੀ ਤੇ ਖੜੀ ਗਾ ਰਹੀ ਸੀ ਤਾਂ ਰਾਜਕੁਮਾਰ ਨੂੰ ਵੇਖਦੇ ਹੀ ਉਸ ਨੂੰ ਉਸ ਨਾਲ ਪਿਆਰ ਹੋ ਗਿਆ। ਉਹ ਟਾਵਰ ਦੇ ਅੰਦਰ ਜਾਣ ਦੇ ਲਈ ਚਾਰੋਂ ਪਾਸੇ ਦਰਵਾਜ਼ਾ ਲੱਭਣ ਲੱਗਾ, ਪਰ ਉਸ ਨੂੰ ਕਿਧਰੇ ਨਹੀਂ ਮਿਲਿਆ। ਉਸੇ ਵੇਲੇ ਕੈਮਿਲਾ ਵੀ ਟਾਵਰ ਤੇ ਪਹੁੰਚੀ। ਇਸ ਲਈ ਰਾਜਕੁਮਾਰ ਝਾੜੀਆਂ ਦੇ ਪਿੱਛੇ ਲੁਕ ਗਿਆ, ਕਿਉਂਕਿ ਉਹ ਦੁਸ਼ਟ ਚੁੜੈਲ ਦੇ ਰੂਪ ਵਿੱਚ ਉਸ ਦੇ ਬਾਰੇ ਜਾਣਦਾ ਸੀ। ਉਹ ਨਹੀਂ, ਉਹ ਕੈਮਿਲਾ ਹੈ, ਦੁਸ਼ਟ ਚੁੜੇਲ। ਉਹ ਇੱਥੇ ਕੀ ਕਰ ਰਹੀ ਹੈ? ਰਪੰਜ਼ਲ, 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 ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਰਪੰਜ਼ਲ ਨੇ ਕੈਮਿਲਾ ਦੇ ਉੱਤੇ ਚੜ੍ਹਨ ਦੇ ਲਈ ਆਪਣੇ ਸੁਨਹਿਰੇ ਵਾਲ ਥੱਲੇ ਸੁੱਟ ਦਿੱਤੇ। ਅਗਲੇ ਦਿਨ ਰਾਜਕੁਮਾਰ ਟਾਵਰ ਤੇ ਫੇਰ ਤੋਂ ਆਇਆ। ਉੱਥੇ ਪਹੁੰਚ ਕੇ ਉਸਨੇ ਚੁੜੈਲ ਦੀ ਆਵਾਜ਼ ਦੀ ਨਕਲ ਕਰਦਿਆਂ ਹੋਇਆਂ ਟਾਵਰ ਤੇ ਆਵਾਜ਼ ਲਾਈ, ਰਪੰਜ਼ਲ, ਰਪੰਜ਼ਲ, ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਰਪੰਜ਼ਲ ਨੇ ਸੋਚਿਆ ਕਿ ਆਵਾਜ਼ ਕੁਝ ਅਜੀਬ ਲੱਗ ਰਹੀ ਹੈ, ਪਰ ਉਸਨੇ ਐਵੇਂ ਹੀ ਵਾਲਾਂ ਨੂੰ ਥੱਲੇ ਸੁੱਟ ਦਿੱਤਾ। ਪ੍ਰਿੰਸ ਰੌਬ ਛੇਤੀ ਨਾਲ ਵਾਲਾਂ ਤੇ ਚੜ ਗਿਆ। ਉਹ ਉਸ ਆਵਾਜ਼ ਨੂੰ ਖੋਜਣ ਦੇ ਲਈ ਬੇਸਬਰਾ ਸੀ ਜੋ ਇੰਨਾ ਸੋਹਣਾ ਗਾਉਂਦੀ ਸੀ। ਓਹ, ਬੜੀ ਔਖੀ ਚੜਾਈ ਸੀ। ਰਪੰਜ਼ਲ ਨੇ ਜਦੋਂ ਉਸ ਨੂੰ ਵੇਖਿਆ ਤਾਂ ਉਹ ਘਬਰਾ ਗਈ। ਕੌਣ ਹੋ ਤੁਸੀਂ? ਤੁਸੀਂ ਇੱਥੇ ਕਿਵੇਂ ਪਹੁੰਚੇ? ਮੈਂ ਰਾਜਕੁਮਾਰ ਰੌਬ ਹਾਂ। ਮੈਨੂੰ ਲੱਗਿਆ ਕਿ ਤੁਸੀਂ ਮੁਸੀਬਤ 'ਚ ਉਸ ਚੁੜੇਲ ਦੇ ਕਾਰਨ। ਨਹੀਂ, ਮੈਂ ਰਪੰਜ਼ਲ ਹਾਂ। ਮੈਂ ਤੁਹਾਨੂੰ ਨਹੀਂ ਜਾਣਦੀ। ਮੇਰੀ ਮਾਂ ਕਹਿੰਦੀ ਹੈ ਕਿ ਅਜਨਬੀ ਖਤਰਨਾਕ ਜੀਵ ਹਨ। ਓ ਨਹੀਂ, ਤੁਸੀਂ ਇੱਥੋਂ ਚਲੇ ਜਾਓ। ਚਿੰਤਾ ਨਾ ਕਰੋ, ਮੈਂ ਕੋਈ ਖਤਰਨਾਕ ਇਨਸਾਨ ਜਾਂ ਪ੍ਰਾਣੀ ਨਹੀਂ ਹਾਂ। ਮੈਂ ਬਸ ਤੁਹਾਡੀ ਖੂਬਸੂਰਤ ਆਵਾਜ਼ ਸੁਣਦਾ ਸੀ ਅਤੇ ਵੇਖਣਾ ਚਾਹੁੰਦਾ ਸੀ ਕਿ ਚੁੜੇਲ ਕਰਦੀ ਕੀ ਹੈ। ਮੈਂ ਬਸ ਇੱਥੇ ਤੁਹਾਨੂੰ ਬਚਾਉਣ ਦੇ ਲਈ ਆਇਆ ਹਾਂ। ਰਾਜਕੁਮਾਰ ਦੇ ਲਫ਼ਜ਼ਾਂ ਨੇ ਰਪੰਜ਼ਲ ਦਾ ਦਿਲ ਨਰਮ ਕਰ ਦਿੱਤਾ ਅਤੇ ਹੁਣ ਉਸ ਦਾ ਡਰ ਜਾਂਦਾ ਰਿਹਾ। ਮਿਸ ਰਪੰਜ਼ਲ, ਕੀ ਤੁਸੀਂ ਫੁੱਲਾਂ ਦੀ ਖੁਸ਼ਬੂ ਸੁੰਘਣ, ਜੰਗਲ ਵਿੱਚ ਟਹਿਲਣ ਅਤੇ ਸੋਹਣੇ ਜਾਨਵਰਾਂ ਨਾਲ ਮਿਲਣ ਦੇ ਲਈ ਮੇਰੇ ਨਾਲ ਟਾਵਰ ਤੋਂ ਥੱਲੇ ਚੱਲਣਾ ਚਾਹੋਗੇ? ਰਪੰਜ਼ਲ ਸਾਲਾਂ ਤੋਂ ਬਾਹਰ ਦੇ ਜੀਵਨ ਦੀ ਖੋਜ ਕਰਨਾ ਚਾਹੁੰਦੀ ਸੀ, ਇਸ ਲਈ ਉਸਨੇ ਰਾਜਕੁਮਾਰ ਦੀ ਪੇਸ਼ਕਸ਼ ਨੂੰ ਸਿੱਧੇ ਸਵੀਕਾਰ ਕਰ ਲਿੱਤਾ। ਮੈਨੂੰ ਇੱਕ ਤਰਕੀਬ ਸੁਝੀ ਹੈ ਜਿਸ ਨਾਲ ਅਸੀਂ ਦੋਵੇਂ ਟਾਵਰ ਤੋਂ ਥੱਲੇ ਜਾ ਸਕਦੇ ਹਾਂ। ਜਦ ਅਗਲਾ ਦਿਨ ਆਇਆ ਤਾਂ ਦੁਸ਼ਟ ਚੁੜੈਲ ਕੈਮਿਲਾ ਟਾਵਰ ਤੇ ਪਹੁੰਚੀ ਅਤੇ ਰਪੰਜ਼ਲ ਨੂੰ ਬੁਲਾਉਣ ਹੀ ਵਾਲੀ ਸੀ ਕਿ ਉਸੇ ਵੇਲੇ ਉਸਨੇ ਲੰਮੇ ਸੁਨਹਿਰੇ ਵਾਲਾਂ ਨੂੰ ਵੇਖਿਆ ਟਾਵਰ ਤੇ ਉੱਤੇ ਤੋਂ। ਮੈਨੂੰ ਲੱਗਦਾ ਹੈ ਕਿ ਉਸਨੇ ਮੈਨੂੰ ਆਉਂਦਿਆਂ ਵੇਖਿਆ ਅਤੇ ਉਸਨੇ ਆਪਣੇ ਵਾਲ ਪਹਿਲਾਂ ਤੋਂ ਹੀ ਲਟਕਾ ਦਿੱਤੇ। ਕੈਮਿਲਾ ਟਾਵਰ ਦੇ ਉੱਤੇ ਚੜ੍ਹਨ ਲੱਗੀ। ਉਸੇ ਵੇਲੇ ਉਸਨੇ ਇੱਕ ਘੋੜੇ ਦੀ ਆਵਾਜ਼ ਸੁਣੀ। ਉਸਨੇ ਸੋਚਿਆ ਕਿ ਕੋਈ ਨੇੜੇ ਪਾਸੇ ਹੋ ਸਕਦਾ ਸੀ, ਪਰ ਉਹ ਇਸ ਸਭ ਵਿੱਚ ਪੈਣਾ ਨਹੀਂ ਚਾਹੁੰਦੀ ਸੀ। ਉਹ ਗੁੱਤ ਫੜ ਕੇ ਚੜ੍ਹਨ ਲੱਗੀ ਕਿਉਂਕਿ ਉਹ ਛੇਤੀ ਤੋਂ ਛੇਤੀ ਰਪੰਜ਼ਲ ਕੋਲ ਜਾਣਾ ਚਾਹੁੰਦੀ ਸੀ। ਜਦੋਂ ਰਪੰਜ਼ਲ ਦੇ ਕਮਰੇ ਵਿੱਚ ਪਹੁੰਚੀ ਤਾਂ ਹੈਰਾਨ ਰਹਿ ਗਈ। ਰਪੰਜ਼ਲ ਹੁਣ ਉੱਥੇ ਨਹੀਂ ਸੀ। ਉਸਨੇ ਆਪਣੇ ਵਾਲ ਕੱਟ ਲਏ ਸੀ ਅਤੇ ਉਹ ਟਾਵਰ ਤੋਂ ਭੱਜ ਗਈ ਸੀ। ਮੇਰਾ ਸੋਨਾ, ਮੇਰਾ ਸੋਨਾ, ਮੇਰਾ ਸੋਨਾ ਚਲਾ ਗਿਆ। ਓ ਨਹੀਂ, ਰਪੰਜ਼ਲ ਨੇ ਆਪਣੇ ਵਾਲ ਕੱਟ ਲਏ ਸੀ ਅਤੇ ਟਾਵਰ ਦੀ ਦੀਵਾਰ ਤੇ ਲੋਹੇ ਨਾਲ ਬੰਨ੍ਹ ਦਿੱਤੇ ਸੀ ਤਾਂ ਜੋ ਉਹ ਅਤੇ ਰਾਜਕੁਮਾਰ ਇਕੱਠੇ ਥੱਲੇ ਉਤਰ ਸਕਣ। ਕੈਮਿਲਾ ਨੇ ਕੱਲੇ ਟਾਵਰ ਵਿੱਚ ਉਤਾਵਲੇ ਹੋ ਕੇ ਰਪੰਜ਼ਲ ਦੇ ਕਟੇ ਵਾਲਾਂ ਨੂੰ ਛੋਇਆ। ਨਹੀਂ ਨਹੀਂ ਨਹੀਂ, ਇਹ
ਹੁਣ ਕੰਮ ਨਹੀਂ ਕਰਦਾ ਕਿਉਂਕਿ ਵਾਲ ਕਟੇ ਹੋਏ ਨੇ। ਆਹ! ਵਾਲਾਂ ਨੂੰ ਸੋਨੇ ਵਿੱਚ ਬਦਲਣ ਦੇ ਲਈ ਜੜ੍ਹਾਂ ਹੋਣੀਆਂ ਚਾਹੀਦੀਆਂ ਨੇ। ਇਸੇ ਦਰਮਿਆਨ ਰਾਜਕੁਮਾਰ ਰੌਬ ਅਤੇ ਰਪੰਜ਼ਲ ਰਾਜਕੁਮਾਰ ਦੇ ਮਹਿਲ ਵਿੱਚ ਪੁੱਜੇ ਅਤੇ ਰਾਜਕੁਮਾਰ ਨੇ ਸਭ ਕੁਝ ਦੱਸਿਆ ਆਪਣੇ ਮਾਪਿਓ ਮਤਲਬ ਰਾਜਾ ਰਾਣੀ ਨੂੰ। ਰਾਜਾ ਨੇ ਕਿਹਾ ਕਿ ਉਸਨੇ ਇੱਕ ਬੁੱਢੇ ਕਿਸਾਨ ਤੇ ਉਸਦੀ ਘਰਵਾਲੀ ਦੇ ਮੂੰਹੋਂ ਰਪੰਜ਼ਲ ਨਾਂ ਸੁਣਿਆ ਸੀ। ਸੋ ਰਾਜਕੁਮਾਰ ਫਟਾਫਟ ਹੀ ਰਪੰਜ਼ਲ ਨੂੰ ਉਸ ਜਨਾਨੀ ਆਦਮੀ ਦੇ ਪੁਰਾਣੇ ਘਰ ਵਿੱਚ ਲੈ ਗਿਆ ਜਿਨ੍ਹਾਂ ਨੇ ਕਿਹਾ ਸੀ ਕਿ ਉਹਨਾਂ ਨੇ ਰਪੰਜ਼ਲ ਨਾਂ ਦਾ ਬੱਚਾ ਗਵਾਇਆ ਹੈ। ਜਿਵੇਂ ਹੀ ਉਸਦੇ ਗਰੀਬ ਮਾਪਿਓ ਨੇ ਦਰਵਾਜ਼ਾ ਖੋਲ੍ਹਿਆ ਤੇ ਰਪੰਜ਼ਲ ਨੂੰ ਵੇਖਿਆ, ਉਹਨਾਂ ਨੇ ਉਸ ਨੂੰ ਪਛਾਣ ਲਿਆ। ਮੇਰੀ ਧੀ, ਮੇਰੀ ਪਿਆਰੀ ਧੀ, ਤੂੰ ਸਾਨੂੰ ਮਿਲ ਗਈ। ਦੁਸ਼ਟ ਚੁੜੈਲ ਤੈਨੂੰ ਸਾਡੇ ਤੋਂ ਦੂਰ ਲੈ ਗਈ ਸੀ। ਇੰਨੇ ਸਾਲ ਹੋ ਗਏ ਪਰ ਆਖਿਰਕਾਰ ਤੂੰ ਘਰ ਆਈ ਗਈ। ਤੇਰਾ ਅਸਲੀ ਪਰਿਵਾਰ ਅਸੀਂ ਹਾਂ। ਰਪੰਜ਼ਲ ਆਪਣੇ ਅਸਲੀ ਪਰਿਵਾਰ ਨਾਲ ਮਿਲ ਕੇ ਬਹੁਤ ਖੁਸ਼ ਸੀ। ਤੇ ਤੁਹਾਨੂੰ ਕੀ ਲੱਗਦਾ ਹੈ ਕੀ ਹੋਇਆ ਹੋਵੇਗਾ ਕੈਮਿਲਾ ਦਾ, ਜੋ ਬਿਨਾਂ ਕਿਸੇ ਸੋਨੇ ਦੇ ਟਾਵਰ ਵਿੱਚ ਰਹਿ ਗਈ ਸੀ? ਮੈਂ ਤੈਨੂੰ ਲੱਭ ਕੇ ਰਵਾਂਗੀ ਰਪੰਜ਼ਲ। ਮੈਂ ਤੈਨੂੰ ਉਹਨਾਂ ਵਾਲਾਂ ਦੇ ਲਈ ਲੱਭ ਕੇ ਰਵਾਂਗੀ ਜੋ ਸੋਨੇ ਵਿੱਚ ਬਦਲ ਜਾਂਦੇ ਨੇ।